ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ ਮੈਂ ਸੁਰਭੀ ਹਾਜ਼ਰ ਹੋ ਚੁੱਕੀ ਹਾਂ। ਜੀ ਹਾਂ, ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਨੂੰ ਲੈ ਕੇ ਆਪਣੀ ਪ੍ਰਕਿਰਿਆ ਬਹੁਤ ਤੇਜ਼ ਕਰ ਦਿੱਤੀ ਹੈ। ਇਹ ਪ੍ਰਕਿਰਿਆ ਇਸ ਤਰੀਕੇ ਨਾਲ ਤੇਜ਼ ਕੀਤੀ ਹੈ ਕਿ ਇਸ ਵਿੱਚ ਥੋੜੀ ਜਿਹੀ ਸਖਤੀ ਕਰ ਦਿੱਤੀ ਗਈ ਹੈ ਔਰ ਬਦਲਾਅ ਕਰ ਦਿੱਤੇ ਗਏ ਨੇ। ਜਿਵੇਂ ਕਿ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਲਗਾਤਾਰ ਬਦਲਾਅ ਹੋ ਹੀ ਰਿਹਾ ਹੈ, ਉਸੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਇੱਕ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ, ਜਿਸ ਵਿੱਚ ਇੱਕ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ ਹੈ। ਅਮਰੀਕਾ ਵਿੱਚ H1B ਵੀਜ਼ਾ ਲਈ ਇੱਕ ਅਲੱਗ ਸਿਸਟਮ ਹੁੰਦਾ ਸੀ, ਪਰ ਹੁਣ ਉਹ ਨਹੀਂ ਰਹੇਗਾ। ਉਸ ਦੀ ਜਗ੍ਹਾ ਦੂਸਰਾ ਸਿਸਟਮ ਲਾਗੂ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਨਹੀਂ ਹੋ ਸਕਿਆ। ਇਸ ਕਰਕੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਡੋਨਾਲਡ ਟਰੰਪ ਇਸ ਨਿਯਮ ਨੂੰ ਬਦਲਣਾ ਚਾਹੁੰਦੇ ਨੇ। ਆਖਿਰ ਉਹ ਨਿਯਮ ਹੈ ਕੀ ਹੈ, ਇਸ ਬਾਰੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ। ਸੋ H1B ਵੀਜ਼ਾ, ਇਸ ਨੂੰ ਹਾਸਲ ਕਰਨ ਦੀ ਇੱਛਾ ਬਹੁਤ ਸਾਰੇ ਲੋਕਾਂ ਦੀ ਹੁੰਦੀ ਹੈ, ਇਸ ਲਈ ਇੱਕ ਅਲੱਗ ਪ੍ਰਕਿਰਿਆ ਹੁੰਦੀ ਹੈ। ਪਰ ਡੋਨਾਲਡ ਟਰੰਪ ਪ੍ਰਸ਼ਾਸਨ ਹੁਣ ਇਸ ਪ੍ਰਕਿਰਿਆ ਨੂੰ ਬਦਲਣ ਜਾ ਰਹੇ ਨੇ। ਇਹ ਪ੍ਰਕਿਰਿਆ ਹੈ ਲੋਟਰੀ ਸਿਸਟਮ। H1B ਵੀਜ਼ਾ ਜੋ ਲੋਟਰੀ ਸਿਸਟਮ ਦੇ ਥਰੂ ਦਿੱਤਾ ਜਾਂਦਾ ਸੀ, ਹੁਣ ਇਸ ਨੂੰ ਬਦਲ ਦਿੱਤਾ ਜਾਏਗਾ। ਜੀ ਹਾਂ, ਅਮਰੀਕੀ ਪ੍ਰਸ਼ਾਸਨ ਯਾਨੀ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਇਸ ਨਿਯਮ ਦੇ ਵਿੱਚ ਇੱਕ ਵੱਡਾ ਬਦਲਾਅ ਕਰ ਰਹੇ ਨੇ। ਖਾਸ ਤੌਰ ਤੇ ਇਸ ਪ੍ਰਕਿਰਿਆ ਦੇ ਵਿੱਚ ਇੱਕ ਬਦਲਾਅ ਕਰਨ ਜਾ ਰਹੇ ਨੇ। ਇਹ ਵੀਜ਼ਾ ਜੋ ਹੁਣ ਤੱਕ ਲੋਟਰੀ ਸਿਸਟਮ ਰਾਹੀਂ ਦਿੱਤਾ ਜਾਂਦਾ ਸੀ, ਹੁਣ ਤਨਖਾਹ ਆਧਾਰਿਤ ਚੋਣ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਵੇਗਾ, ਯਾਨੀ ਕਿ ਸੈਲਰੀ ਦੇ ਥਰੂ ਦਿੱਤਾ ਜਾਏਗਾ, ਸੈਲਰੀ ਦੇ ਉੱਤੇ ਆਧਾਰਿਤ ਹੋਏਗਾ। ਹੁਣ ਵਾਈਟ ਹਾਊਸ ਦੇ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਲਿਆਂਦਾ ਹੈ। 8 ਅਗਸਤ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ H1B ਵੀਜ਼ਾ ਦੀ ਵੰਡ ਵਿੱਚ ਵਿਆਪਕ ਬਦਲਾਅ ਕਰਨ ਵਾਲੇ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਬਦਲਾਅ ਤਾਂ ਕੀਤਾ ਜਾ ਰਿਹਾ ਹੈ, ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਪ੍ਰਭਾਵ ਭਾਰਤੀਆਂ ਤੇ ਪਵੇਗਾ। ਉਹ ਇਸ ਕਰਕੇ ਕਿਉਂਕਿ ਭਾਰਤੀਆਂ ਦੀ ਗਿਣਤੀ H1B ਵੀਜ਼ਾ ਦੇ ਵਿੱਚ ਬਹੁਤ ਜ਼ਿਆਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀਆਂ ਦੀ ਗਿਣਤੀ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ, ਪਰ H1B ਵੀਜ਼ਾ ਹਾਸਲ ਕਰਨ ਵਾਲੇ ਭਾਰਤੀ ਪਹਿਲੇ ਨੰਬਰ ਤੇ ਆਉਂਦੇ ਨੇ। ਇਸ ਕਰਕੇ ਅਗਰ H1B ਵੀਜ਼ਾ ਦੇ ਵਿੱਚ ਕੋਈ ਵੀ ਬਦਲਾਅ ਕੀਤਾ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਜੋ ਹੈ ਉਹ ਭਾਰਤੀਆਂ ਤੇ ਪਵੇਗਾ। ਔਰ ਹੁਣ ਟਰੰਪ ਪ੍ਰਸ਼ਾਸਨ ਇਸ ਵੀਜ਼ੇ ਵਿੱਚ H1B ਵੀਜ਼ੇ ਵਿੱਚ ਬਦਲਾਅ ਕਰਨ ਜਾ ਰਹੀ ਹੈ, ਔਰ ਇਸ ਬਦਲਾਅ ਦਾ ਅਸਰ ਜਿਹੜਾ ਹੈ ਭਾਰਤੀਆਂ ਤੇ ਪੈਣਾ ਸੰਭਵ ਹੈ। ਇਹ ਕਦਮ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਅਮਰੀਕੀ ਚੀਜ਼ਾਂ ਖਰੀਦੋ ਅਤੇ ਅਮਰੀਕੀਆਂ ਨੂੰ ਨੌਕਰੀਆਂ ਤੇ ਰੱਖੋ ਨੀਤੀ ਤਹਿਤ ਚੁੱਕਿਆ ਗਿਆ। ਤੁਹਾਨੂੰ ਦੱਸਵਾਂ, ਇਹ ਨੀਤੀ ਉਹ ਹੈ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਨੇ ਅਮਰੀਕਾ ਨੂੰ ਤਰਜੀਹ ਦੇ ਰਹੇ ਨੇ। ਪਹਿਲਾਂ ਤਾਂ ਡੋਨਾਲਡ ਟਰੰਪ H1B ਵੀਜ਼ਾ ਦੇ ਸਮਰਥਕ ਨਹੀਂ ਸੀ, ਪਰ ਹੌਲੀ-ਹੌਲੀ ਉਹ ਇਸ ਦੇ ਸਮਰਥਕ ਹੋ ਗਏ। ਜਦੋਂ ਉਹਨਾਂ ਨੇ H1B ਵੀਜ਼ਾ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਜੋ ਨਾਲ ਦੇ ਸਾਥੀ ਸੀ, ਜਾਂ ਮੈਂ ਕਹਾਂ ਜੋ ਨਾਲ ਦੇ ਰਿਪਬਲਿਕਨ ਨੇਤਾ ਸੀ ਜੋ H1B ਵੀਜ਼ਾ ਦੇ ਵਿਰੋਧੀ ਸੀ, ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਡੋਨਾਲਡ ਟਰੰਪ ਨੇ H1B ਵੀਜ਼ਾ ਦਾ ਸਮਰਥਨ ਕਿਉਂ ਕੀਤਾ, ਜੋ ਕਿ ਪ੍ਰਵਾਸੀਆਂ ਨੂੰ ਮਿਲਦਾ ਹੈ। ਇਸ ਕਰਕੇ ਹੁਣ ਡੋਨਾਲਡ ਟਰੰਪ ਕਿਤੇ ਨਾ ਕਿਤੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਡੋਨਾਲਡ ਟਰੰਪ ਨੇ ਇਹ ਤਰਜੀਹ ਰੱਖ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਜੋ ਵੀ ਕੰਮ ਹੋਏਗਾ, ਜੋ ਵੀ ਨੌਕਰੀ ਹੋਏਗੀ, ਜੋ ਵੀ ਚੀਜ਼ ਹੋਏਗੀ, ਉਹ ਅਮਰੀਕਾ ਤੋਂ ਸ਼ੁਰੂ ਹੋਏਗੀ। ਅਗਰ ਕਿਸੇ ਨੂੰ ਨੌਕਰੀ ਦੇਣੀ ਹੈ ਤੇ ਸਭ ਤੋਂ ਪਹਿਲਾਂ ਅਮਰੀਕੀ ਨਾਗਰਿਕ ਨੂੰ ਤਰਜੀਹ ਦਿੱਤੀ ਜਾਏਗੀ। ਅਗਰ ਕੋਈ ਚੀਜ਼ ਬਣਦੀ ਹੈ ਤੇ ਅਮਰੀਕਾ ਵਿੱਚ ਬਣਾਈ ਜਾਏਗੀ, ਯਾਨੀ ਕਿ ਅਮਰੀਕਾ ਦੇ ਵਿੱਚ ਨੌਕਰੀ ਤੇ ਅਮਰੀਕਾ ਨੂੰ ਰੱਖੋ, ਯਾਨੀ ਅਮਰੀਕੀਆਂ ਨੂੰ ਰੱਖੋ ਤੇ ਅਮਰੀਕੀ ਚੀਜ਼ਾਂ ਖਰੀਦੋ। ਇਸ ਗੱਲ ਨੂੰ ਤਰਜੀਹ ਦਿੱਤੀ ਗਈ ਹੈ। ਇਸੇ ਦੇ ਚੱਲਦੇ ਹੀ ਇਸ ਨਿਯਮ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਤੁਸੀਂ ਸੋਚੋ ਕਿ ਅਗਰ ਇਸ ਨਿਯਮ ਦੇ ਵਿੱਚ ਬਦਲਾਅ ਕੀਤਾ ਗਿਆ ਜਾਂ H1B ਵੀਜ਼ਾ ਦੇ ਵਿੱਚ ਦੀ ਜਗ੍ਹਾ ਜੋ ਪ੍ਰਵਾਸੀ ਕਰ ਰਹੇ ਨੇ, ਯਾਨੀ ਕਿ ਜੋ ਪ੍ਰਵਾਸੀ H1B ਵੀਜ਼ਾ ਥਰੂ ਅਮਰੀਕਾ ਵਿੱਚ ਇਸ ਸਮੇਂ ਕੰਮ ਕਰ ਰਹੇ ਨੇ, ਉਹਨਾਂ ਦੀ ਜਗ੍ਹਾ ਦੂਸਰਿਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਜਾਏ। ਦੂਸਰਿਆਂ ਦਾ ਮਤਲਬ ਕਿ ਅਮਰੀਕੀਆਂ ਨੂੰ ਨੌਕਰੀ ਰੱਖੀ ਜਾਏ, ਤਾਂ ਇਸ ਦਾ ਅਸਰ ਭਾਰਤੀਆਂ ਤੇ ਇਸ ਤਰੀਕੇ ਨਾਲ ਪਏਗਾ ਕਿ ਉਹ ਆਪਣੀ ਨੌਕਰੀ ਵੀ ਗਵਾ ਸਕਦੇ ਨੇ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਅਮਰੀਕਾ ਵਿੱਚ ਭਵਿੱਖ ਦੇ ਕਰੀਅਰ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਸ਼ਕਲਾਂ ਵੱਧ ਜਾਣਗੀਆਂ, ਕਿਉਂਕਿ ਇਸ ਸਮੇਂ ਵੀ ਬਹੁਤ ਸਾਰੇ ਵਿਦਿਆਰਥੀ ਗ੍ਰੈਜੂਏਟ ਹੋ ਚੁੱਕੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਭਾਲ ਹੁੰਦੀ ਹੈ ਨੌਕਰੀ ਦੀ, ਔਰ ਨੌਕਰੀ ਮਿਲਣਾ ਜੋ ਹੈ ਹੁਣ ਕਿਤੇ ਨਾ ਕਿਤੇ ਅਸੰਭਵ ਲੱਗ ਰਿਹਾ। ਹਾਲ ਹੀ ਵਿੱਚ ਗ੍ਰੈਜੂਏਟ ਹੋਏ ਵਿਦਿਆਰਥੀ ਵੀ ਇਸ ਤੋਂ ਪ੍ਰਭਾਵਿਤ ਹੋਣਗੇ। ਜਿਵੇਂ ਮੈਂ ਕਿਹਾ, ਇਸ ਦਾ ਸਿੱਧਾ ਪ੍ਰਭਾਵ ਭਾਰਤ ਦੇ ਲੋਕਾਂ ਤੇ ਪਏਗਾ। ਜੇਕਰ ਟਰੰਪ ਪ੍ਰਸ਼ਾਸਨ ਇਸ ਬਦਲਾਅ ਦੇ ਨਾਲ ਅੱਗੇ ਵਧਦਾ ਹੈ ਤਾਂ ਇਹ ਭਾਰਤੀ ਵਿਦਿਆਰਥੀਆਂ ਅਤੇ ਕੁਝ ਵਿਸ਼ਿਆਂ ਅਤੇ ਗੈਰ ਸਟੈਮ ਖੇਤਰਾਂ ਵਿੱਚ ਨਵੇਂ ਗ੍ਰੈਜੂਏਟਾਂ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ, ਕਿਉਂਕਿ ਸਾਰੇ ਵਿਦਿਆਰਥੀ ਜੋ ਅਮਰੀਕਾ ਵਿੱਚ ਪੜ੍ਹੇ ਹਨ, ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ,
ਉਹਨਾਂ ਨੇ ਆਪਣੇ ਫੀਲਡ ਦੇ ਵਿੱਚ ਉਸ ਤਰੀਕੇ ਦੀ ਗ੍ਰੈਜੂਏਸ਼ਨ ਹਾਸਲ ਕੀਤੀ ਹੈ, ਪਰ ਕੋਈ ਫਾਇਦਾ ਨਹੀਂ ਹੋਏਗਾ ਜਦੋਂ ਉਹਨਾਂ ਨੂੰ ਅੰਦਰ ਫੀਲਡ ਦੇ ਅਕੋਰਡਿੰਗ ਉੱਥੇ ਕੰਮ ਨਹੀਂ ਮਿਲੇਗਾ। ਹੁਣ ਆਖਿਰ ਇਹ ਮੌਜੂਦਾ ਨਿਯਮ ਹੈ ਕੀ ਹੈ, ਇਸ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮਹਾਰਤ ਦੀ ਲੋੜ ਵਾਲੇ ਖਾਸ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਆਗਿਆ ਦਿੰਦਾ ਹੈ। ਸਾਫ਼ ਅੱਖਰਾਂ ਦੇ ਵਿੱਚ ਕਹਾਂ ਤੇ ਅਮਰੀਕਾ ਦੇ ਵਿੱਚ ਜੋ ਵੱਡੀਆਂ ਕੰਪਨੀਆਂ ਨੇ, ਜਾਂ ਮੈਂ ਕਹਾਂ ਟੈਕਨੋਲੋਜੀ ਕੰਪਨੀਆਂ ਨੇ, ਵੱਡੀਆਂ ਤਕਨੀਕੀ ਮਹਾਰਤ ਜਿਨ੍ਹਾਂ ਨੇ ਹਾਸਲ ਕੀਤੀ ਹੈ, ਉਸ ਵਿੱਚ ਜਦੋਂ ਤਜਰਬੇਕਾਰਾਂ ਦੀ ਲੋੜ ਹੁੰਦੀ ਹੈ, ਉਸ ਕਰਕੇ ਵਿਦੇਸ਼ੀ ਜੋ ਨਾਗਰਿਕ ਹੈ ਉਹਨਾਂ ਨੂੰ ਇਸ ਗੱਲ ਦੀ ਤਰਜੀਹ ਦਿੱਤੀ ਜਾਂਦੀ ਹੈ ਕਿ ਇਹਨਾਂ ਟੈਕਨੋਲੋਜੀ ਵਾਲੀ ਕੰਪਨੀਆਂ ਦੇ ਵਿੱਚ ਬਾਹਰੋਂ ਨਾਗਰਿਕਾਂ ਨੂੰ ਬੁਲਾਇਆ ਜਾਏ ਜੋ ਇੱਥੇ ਕੰਮ ਕਰ ਸਕਣ। ਇਹੀ ਵਜ੍ਹਾ ਹੈ ਕਿ IT ਵਿਭਾਗ ਹੋ ਗਿਆ, ਇੰਜੀਨੀਅਰਿੰਗ ਵਿਭਾਗ ਹੋ ਗਿਆ, ਕੰਪਿਊਟਰ ਦਾ ਹੋ ਗਿਆ, ਕੋਈ ਵੀ ਜੋ ਟੈਕਨੋਲੋਜੀ ਦੇ ਨਾਲ ਜੁੜਿਆ ਵਿਭਾਗ ਹੈ ਉਸ ਵਿੱਚ ਬਹੁਤ ਜ਼ਿਆਦਾ ਗਿਣਤੀ ਪ੍ਰਵਾਸੀਆਂ ਦੀ ਹੈ, ਵਿਦੇਸ਼ੀਆਂ ਦੀ ਹੈ, ਕਿਉਂਕਿ ਪਹਿਲਾਂ ਇਹਨਾਂ ਕੰਪਨੀਆਂ ਨੂੰ ਇਜਾਜ਼ਤ ਦਿੱਤੀ ਗਈ ਸੀਗੀ, ਪਰ ਹੁਣ ਐਸਾ ਨਹੀਂ ਹੋਏਗਾ ਕਿਉਂਕਿ ਟਰੰਪ ਪ੍ਰਸ਼ਾਸਨ ਇਸ ਨੂੰ ਬਦਲਣਾ ਚਾਹੁੰਦੇ ਨੇ। ਇਹ 3 ਸਾਲਾਂ ਦੀ ਮਿਆਦ ਲਈ ਅਮਰੀਕਾ ਵਿੱਚ ਕੰਮ ਕਰਨ ਲਈ ਕੀਤਾ ਜਾ ਸਕਦਾ ਹੈ, ਯਾਨੀ ਇਸ ਲਈ 3 ਸਾਲ ਦਿੱਤੇ ਜਾਂਦੇ ਨੇ। ਵਰਤਮਾਨ ਦੇ ਵਿੱਚ ਇਸ ਦਾ ਸਾਲਾਨਾ ਸਲੋਟ ਜੋ ਹੈ 85,000 ਤੱਕ ਸੀਮਿਤ ਹੈ। ਹੁਣ ਤੱਕ ਹਰ ਸਾਲ ਨਵੇਂ ਗ੍ਰੈਜੂਏਟ ਅਤੇ ਤਜਰਬੇਕਾਰ ਪੇਸ਼ੇਵਰਾਂ ਨੂੰ ਲੋਟਰੀ ਪ੍ਰਕਿਰਿਆ ਤਹਿਤ ਚੁਣਿਆ ਜਾਂਦਾ ਹੈ। ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਗ੍ਰਹਿ ਸੁਰੱਖਿਆ ਵਿਭਾਗ ਯਾਨੀ DHS ਨੇ H1B ਵੀਜ਼ਾ ਦੀ ਲੋਟਰੀ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਾਲ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਫਿਰ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ। ਨਵੇਂ ਨਿਯਮ ਬਾਰੇ ਸਭ ਤੋਂ ਵੱਡੀ ਜਾਣਕਾਰੀ ਇਹ ਹੈ ਕਿ ਇਹ ਤਨਖਾਹ ਤੇ ਆਧਾਰਿਤ ਹੈ, ਨਾ ਕਿ ਇੱਕ ਲੋਟਰੀ ਪ੍ਰਣਾਲੀ ਜੋ ਸਾਰਿਆਂ ਨੂੰ ਬਰਾਬਰ ਰੱਖਦੀ ਹੈ। ਅਮਰੀਕਾ ਦੇ H1B ਵੀਜ਼ਾ ਪ੍ਰੋਗਰਾਮ ਵਿੱਚ ਭਾਰਤੀਆਂ ਦਾ ਦਬਦਬਾ ਰਿਹਾ ਹੈ। ਭਾਰਤੀਆਂ ਨੂੰ H1B ਵੀਜ਼ਾ ਦਾ 72% ਤੱਕ ਮਿਲਦਾ ਰਿਹਾ ਹੈ। ਹੁਣ ਇਹ ਦੇਖਣਾ ਹੋਏਗਾ ਕਿ ਇਸ ਨਿਯਮ ਦੇ ਵਿੱਚ ਬਦਲਾਅ ਤੋਂ ਬਾਅਦ ਅਗਰ ਇਹ ਬਦਲਾਅ ਹੋ ਜਾਂਦਾ ਹੈ ਤਾਂ ਕਿੰਨੇ % ਗਿਣਤੀ ਭਾਰਤੀਆਂ ਦੀ ਹੁੰਦੀ ਹੈ ਕਿ H1B ਵੀਜ਼ਾ ਹਾਸਲ ਕਰਨ ਵਾਲੇ ਭਾਰਤੀ ਫਿਰ ਤੋਂ ਪਹਿਲੇ ਨੰਬਰ ਤੇ ਰਹਿਣਗੇ ਜਾਂ ਸਭ ਤੋਂ ਥੱਲੇ ਆ ਜਾਣਗੇ। ਇਸ ਤੋਂ ਬਾਅਦ 12% ਚੀਨੀ ਨਾਗਰਿਕ ਆਉਂਦੇ ਨੇ, ਯਾਨੀ ਕਿ ਸਭ ਤੋਂ ਪਹਿਲਾਂ ਭਾਰਤੀ ਨਾਗਰਿਕ ਆਉਂਦੇ ਨੇ 72% ਨਾਲ, ਜਿਨ੍ਹਾਂ ਨੂੰ 72% ਭਾਰਤੀਆਂ ਨੂੰ H1B ਵੀਜ਼ਾ ਮਿਲਦਾ ਹੈ। ਦੈਨ 12% ਚੀਨੀ ਨਾਗਰਿਕ ਐਸੇ ਨੇ ਜਿਨ੍ਹਾਂ ਨੂੰ H1B ਵੀਜ਼ਾ ਮਿਲਦਾ ਹੈ। 2023 ਦੇ ਆંકੜੇ ਦੀ ਗੱਲ ਕਰਾਂ ਤੇ ਇਸ ਅਨੁਸਾਰ ਜ਼ਿਆਦਾਤਰ H1B ਵੀਜ਼ਾ ਧਾਰਕ ਜੋ ਨੇ STEM ਖੇਤਰਾਂ ਜਿਵੇਂ ਕਿ ਡੇਟਾ ਸਾਇੰਸ, AI, ਮਸ਼ੀਨ ਲਰਨਿੰਗ ਅਤੇ ਸਾਈਬਰ ਸੁਰੱਖਿਆ ਵਿੱਚ ਕੰਮ ਕਰਦੇ ਹਨ। ਇਹਨਾਂ ਵਿੱਚੋਂ 65% ਕੰਪਿਊਟਰ ਨਾਲ ਸੰਬੰਧਿਤ ਨੌਕਰੀਆਂ ਵਿੱਚ ਹਨ ਔਰ ਇਹਨਾਂ ਦੀ ਬਹੁਤ ਜ਼ਿਆਦਾ ਉੱਥੇ ਲੋੜ ਵੀ ਹੈ ਅਮਰੀਕਾ ਦੇ ਵਿੱਚ। ਇਸ ਕਰਕੇ ਹੀ ਬਹੁਤ ਸਾਰੇ ਲੋਕ ਇਹਨਾਂ ਫੀਲਡ ਵਿੱਚ ਜਾ ਕੇ ਅਮਰੀਕਾ ਵਿੱਚ ਨੌਕਰੀਆਂ ਕਰਦੇ ਨੇ। ਪਰ ਕਿਤੇ ਨਾ ਕਿਤੇ ਹੁਣ ਇੱਕ ਸੰਕਟ ਜਿਹੜਾ ਬਣਿਆ ਹੋਇਆ ਹੈ, ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਲਗਾਤਾਰ ਇਮੀਗ੍ਰੇਸ਼ਨ ਵਿੱਚ ਹੋ ਰਹੇ ਬਦਲਾਅ ਭਾਰਤੀਆਂ ਦੀ ਚਿੰਤਾ ਦਾ ਵਿਸ਼ਾ ਹੀ ਬਣ ਰਹੇ ਨੇ। ਪਹਿਲਾਂ ਵੀ ਬਹੁਤ ਸਾਰੇ ਬਦਲਾਅ ਹੋਏ ਜਿਨ੍ਹਾਂ ਨੇ ਚਿੰਤਾ ਵਧਾਈ, ਈਵਨ ਕਿ ਗ੍ਰੀਨ ਕਾਰਡ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਬੱਚਿਆਂ ਲਈ, ਉਹ ਵੱਖਰੀ ਚਿੰਤਾ। ਹੁਣ H1B ਵੀਜ਼ਾ ਧਾਰਕਾਂ ਲਈ ਵੱਖਰੀ ਚਿੰਤਾ ਹੈ। ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਚਿੰਤਾ ਹੈ ਜੋ ਇਸ ਸਮੇਂ ਅਮਰੀਕਾ ਵਿੱਚ ਗ੍ਰੈਜੂਏਟ ਹੋ ਚੁੱਕੇ ਨੇ ਅਤੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਸ ਫੀਲਡ ਵਿੱਚ ਉਹ ਜਾਣਾ ਚਾਹੁੰਦੇ ਨੇ ਉਸ ਵਿੱਚ ਉਹਨਾਂ ਨੂੰ ਨੌਕਰੀ ਮਿਲੇਗੀ ਜਾਂ ਨਹੀਂ ਮਿਲੇਗੀ। ਇਹ ਜ਼ਰੂਰ ਹੈ ਕਿ ਅਗਰ ਇਹ ਨਿਯਮ ਬਦਲ ਜਾਂਦਾ ਹੈ ਤੇ ਨੌਕਰੀਆਂ ਕਿਤੇ ਨਾ ਕਿਤੇ ਘੱਟ ਹੋ ਸਕਦੀਆਂ ਨੇ। ਇਹ ਨੌਕਰੀਆਂ ਸਭ ਤੋਂ ਪਹਿਲਾਂ ਹੁਣ ਅਮਰੀਕੀਆਂ ਨੂੰ ਮਿਲਣਗੀਆਂ, ਉਸ ਤੋਂ ਬਾਅਦ ਹੀ ਪ੍ਰਵਾਸੀਆਂ ਨੂੰ ਮਿਲ ਸਕਦੀਆਂ ਨੇ ਔਰ ਇਹੀ ਵਜ੍ਹਾ ਵੀ ਬਣ ਸਕਦੀ ਹੈ ਕਿ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਗਿਣਤੀ ਘਟ ਜਾਵੇ ਜਾਂ ਫਿਰ ਜੋ ਵਿਦੇਸ਼ੀ ਨਾਗਰਿਕ ਹੈ ਉਹਨਾਂ ਦੀ ਗਿਣਤੀ ਜੋ ਹੈ ਘਟ ਸਕਦੀ ਹੈ। ਸੋ ਡੋਨਾਲਡ ਟਰੰਪ, ਜਿਵੇਂ ਮੈਂ ਕਿਹਾ ਕਿ ਲਗਾਤਾਰ ਆਪਣੇ ਫੈਸਲੇ ਸੁਣਾ ਰਹੇ ਨੇ। ਇਹ ਫੈਸਲੇ ਹਰ ਇੱਕ ਚੀਜ਼ ਨੂੰ ਲੈ ਕੇ ਵੱਖਰੇ ਨੇ ਔਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੇਝਿਜਕ ਹੋ ਕੇ ਨਵੇਂ ਐਲਾਨ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਵਿਰੋਧ ਵੀ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਹਰ ਹਫ਼ਤੇ ਇੱਕ ਨਵਾਂ ਐਲਾਨ ਕਰ ਦਿੰਦੇ ਨੇ, ਪਰ ਇਹਨਾਂ ਐਲਾਨ ਨੂੰ ਕਈ ਵਾਰ ਸਵੀਕਾਰ ਵੀ ਨਹੀਂ ਕੀਤਾ ਜਾਂਦਾ ਲੋਕਾਂ ਦੇ ਵੱਲੋਂ। ਡੋਨਾਲਡ ਟਰੰਪ ਇਹ ਕਹਿੰਦੇ ਨੇ ਕਿ ਉਹ ਜੋ ਕਰਦੇ ਨੇ ਅਮਰੀਕੀਆਂ ਲਈ ਕਰਦੇ ਨੇ, ਅਮਰੀਕੀਆਂ ਦੇ ਭਵਿੱਖ ਲਈ ਕਰਦੇ ਨੇ। ਇਸੇ ਤਰੀਕੇ ਦੇ ਨਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਨੂੰ ਬਹੁਤ ਵਧੀਆ ਤੇ ਬਿਹਤਰੀਨ ਬਣਾਉਣ ਦਾ ਕੰਮ ਕੀਤਾ ਜਾ ਰਿਹਾ। ਇਸ ਲਈ ਡੋਨਾਲਡ ਟਰੰਪ ਨੇ ਖਾਸ ਐਲਾਨ ਕੀਤਾ ਤੇ ਖਾਸ ਕੰਮ ਵੀ ਕੀਤਾ। ਇਸ ਆਦੇਸ਼ ਵਿੱਚ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਸੈਨਿਕ ਜੋ ਨੇ ਉਹ ਤੈਨਾਤ ਕੀਤੇ ਜਾਣਗੇ ਵਾਸ਼ਿੰਗਟਨ DC ਵਿੱਚ, ਕਿਉਂਕਿ ਵਾਸ਼ਿੰਗਟਨ DC ਦੇ ਹਾਲਾਤ ਬਹੁਤ ਖਰਾਬ ਨੇ, ਉੱਥੇ ਅਪਰਾਧ ਬਹੁਤ ਜ਼ਿਆਦਾ ਹੈ। ਇਸ ਕਰਕੇ ਉਹ ਰਾਜਧਾਨੀ ਨਹੀਂ ਰਹੀ। ਉਹ ਬਹੁਤ ਖੂਬਸੂਰਤ ਸ਼ਹਿਰ ਹੈ ਪਰ ਹੁਣ ਉਹ ਖੂਬਸੂਰਤ ਨਹੀਂ ਹੈ। ਇਸ ਨੂੰ ਦੁਬਾਰਾ ਤੋਂ ਖੂਬਸੂਰਤ ਬਣਾਵਾਂਗੇ। ਉੱਥੇ ਜਿੰਨੇ ਵੀ ਅਪਰਾਧੀ ਹੈ ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਭੇਜਿਆ ਜਾਏਗਾ ਅਤੇ ਜਿੰਨੇ ਵੀ ਰਿਹਾਇਸ਼ ਤੋਂ ਬਿਨਾਂ ਲੋਕ ਨੇ, ਯਾਨੀ ਜਿਨ੍ਹਾਂ ਦੇ ਕਾਰਨੀ ਨੇ, ਬੇਘਰ ਲੋਕ ਨੇ, ਉਹਨਾਂ ਨੂੰ ਰਾਜਧਾਨੀ ਤੋਂ ਦੂਰ ਕਿਤੇ ਹੋਰ
रख दिता जाएगा, यानी कि शिफ्ट कर दिता जाएगा। पर राजधानी में इन्हां लोगों को नहीं रखा जाएगा। इस उत्ते काम करना शुरू कर दिता गया है और इसी के चलते उत्थे उन्हें बहुत सारे नैशनल गार्ड तैनात कर दिए गए हैं। तुहानूं ये दस दवां कि नैशनल गार्ड पहला भी अमरीकी राष्ट्रपति वालों लॉस एंजलिस में तैनात किए गए थे। नैशनल गार्ड वो गार्ड होंगे ने जिन्होंने एक एमरजेंसी सिचुएशन लिए तैनात किया जाता है। पर वाशिंगटन डीसी में कोई भी ऐसी एमरजेंसी सिचुएशन तो नहीं है, ऐसा मेयर कहते उत्थे दे, पर फिर भी राष्ट्रपति वालों उत्थे नैशनल गार्ड तैनात किए गए हैं। जी हाँ, अमरीकी राष्ट्रपति डोनाल्ड ट्रंप ने हैरान करने वाला फैसला लैंदियां वाशिंगटन डीसी की पुलिस का कंट्रोल केंद्रीय सरकार के हथ विच दे दिता ਅਤੇ शहर ਦੀਆਂ सड़कों ते 800 नैशनल गार्ड सैनिक तैनात करने का ऐलान किया। एक कदम स्थानक नेतावां दे विरोध ਅਤੇ कानूनी सवालों के बावजूद चुकिया गया। प्रेस कॉन्फ्रेंस में ट्रंप ने कहा कि हुण वड्डे ਅਤੇ हिम्मती कदम चुकन का समा आ गया। इस अलावा डीसी तो शुरू कर रहे हैं, पर यह अगे भी जाएगा। उन्होंने जनतक सुरक्षा एमरजेंसी का ऐलान करते हुए डिस्ट्रिक्ट ऑफ कोलंबिया होम रूल एक्ट की धारा 740 का इस्तेमाल किया है, जो राष्ट्रपति को एमरजेंसी हालात विच डीसी पुलिस का कंट्रोल अपने हाथ में लैन की इजाजत देती है। इसी के चलते ही डोनाल्ड ट्रंप ने यह सारा कंट्रोल अपने हथों में ले लिया। इस हुक्म के अधीन अटार्नी जनरल पाम बोंडी हुण मैट्रोपोलिटन पुलिस विभाग की मुखी होंगे। एक कंट्रोल वध तो वध 30 दिनों तक रह सकता है, जबकि जदों तक कांग्रेस इसकी म्याद ना वधा देवे। इस अलावा डीसी दी मेयर म्यूरियल बाउजर ने इस कदम को अस्थिर करने वाला दस्या ਅਤੇ भी कहा कि अमरीकी संविधान की भावना के खिलाफ है। उन्हों का कहना है कि राजधानी में हिंसक अपराध 26% घट हुए हैं ਅਤੇ कुल अपराध दर भी पिछले साल नालों घट है, इसलिए यह कार्रवाई गैर जरूरी है। पर डोनाल्ड ट्रंप इसे उल्ट कह रहे हैं। डोनाल्ड ट्रंप का कहना है कि डीसी में अपराध बहुत ज़्यादा वधिया है, जिस करके उत्थे दे हालात बिल्कुल ठीक नहीं है। पर उत्थे दे मेयर का कहना है कि यह पिछले साल घटिया है, इस विच काफ़ी ज़्यादा गिरावट आई है। पर डोनाल्ड ट्रंप तो अपना ऐलान कर चुके हैं, पर उन्होंने मेयर का कहना है कि बहुत गैर जरूरी है। डीसी कौंसल ने भी अपना बयान इस जारी किया है ਅਤੇ उन्होंने कहा है कि नैशनल गार्ड ਨੂੰ ਸਥਾਨਕ ਕਾਨੂੰਨਾਂ ਅਤੇ ਜਾਂਚ ਪ੍ਰਕਿਰਿਆਵਾਂ ਦਾ ਅਨੁਭਵ नहीं है ਅਤੇ इस तरह की तैनाती ਸਥਾਨਕ अधिकारियों ਤੇ हमला है। ਤੁਹਾਨੂੰ ਇਹ ਦੱਸ ਦਈਏ कि पिछले कुछ दिनों में ट्रंप प्रशासन ने डीसी दियां सड़कों ते यूएस पार्क पुलिस, इमीग्रेशन एंड कस्टम इन्फोर्समेंट यानी कि आईस, FBI, ATF ਅਤੇ यूएस मार्शल सर्विस के अफसरों ਨੂੰ गश्त ਲਈ भेजिया है। रक्षा मंत्री पीट हेगसेथ ने कहा कि आने वाले हफ्तिਆਂ ਵਿੱਚ होर खास दस्ते भी तैनात किए जाएंगे। ट्रंप ने यह भी कहा है कि जरूरत पैन ते फौज ਨੂੰ भी डीसी ਵਿੱਚ उतारिया जा सकता है। ਹੁਣ ਤੁਸੀਂ ਸੋਚੋ ਕਿ ਇੰਨੀ ਕੀ ਜ਼ਰੂਰਤ ਹੈ ਕਿ ਡੀਸੀ ਦੇ ਵਿੱਚ ਫੌਜ ਵੀ ਉਤਰੇਗੀ। ਇਟ ਮੀਨਸ ਕਿ ਉੱਥੇ ਹਾਲਾਤ ਇੰਨੇ ਜ਼ਿਆਦਾ ਖਰਾਬ ਨੇ ਅਤੇ ਟਰੰਪ ਇਸ ਨੂੰ ਸਹੀ ਕਰਨਾ ਚਾਹੁੰਦੇ ਨੇ, ਪਰ ਉੱਥੇ ਦੀ ਮੇਅਰ ਕੁਝ ਹੋਰ ਕਹਿ ਰਹੇ ਨੇ। ਉਹਨਾਂ ਦਾ ਕਹਿਣਾ ਹਾਲਾਤ ਸਹੀ ਹੋ ਰਹੇ ਨੇ, ਪਰ ਡੋਨਾਲਡ ਟਰੰਪ ਯਾਨੀ ਕਿ ਰਾਸ਼ਟਰਪਤੀ ਜਿਹੜੇ ਨੇ ਗੈਰ ਜ਼ਰੂਰੀ ਕੰਮ ਕਰ ਰਹੇ ਨੇ। एक अजिहा कदम जिसनों आलोचक संभावित मार्शल लॉ की तैयारी मान रहे हैं, यानी कि फौजी शासन की। ट्रंप के ऐलान के तुरंत बाद सैकड़े लोग व्हाइट हाउस के बाहर इकट्ठे हुए और हैंड्स ऑफ डीसी वर्गे नारे लगाए। प्रदर्शनकारियों का कहना है कि राजधानी नूं जंगी खेतर वर्गा बनाने दे नाल ना तो सुरक्षा वधेगी और ना ही असल समस्यावां दा हल निकलेगा। तुहानूं दस दईए कि 6 जनवरी 2021 नूं कैपिटल ते होए हमले विच डीसी पुलिस के 140 तो वध अधिकारी जख्मी हुए सन। उस समय ट्रंप के समर्थकों ने चोण नतीजों पलटन की कोशिश की सी। आलोचकों का कहना है कि उस दिन ट्रंप ने समय ते नैशनल गार्ड नहीं भेजे सन, पर हुण वो राजनीतिक कारणों करके उन्होंने तैनात कर रहे हैं। ट्रंप का कहना है कि डीसी दुनिया के सब तो खतरनाक शहरों विचों एक बन गया और बेकार लोगों को राजधानी तो हटाना पवेगा, इस करके उन्होंने किते दूर भेज दिता जाएगा। उन्होंने सोशल मीडिया पर लिखा कि असीं तुहानूं ठहरन लई थां देवांगे, पर राजधानी तो दूर, और अपराधियों नूं उत्थे जिथे वो मौजूद ने उत्थे जेल विच ढक दिता जाएगा। यह भी कहा जा रहा है कि वाशिंगटन डीसी विच बेकार लोगों की गिनती बहुत ज़्यादा है, इसी करके इन्हां नूं हुण उत्थों दी शिफ्ट किया जाएगा। पर डोनाल्ड ट्रंप के इस फैसले का किते ना किते विरोध हो रहा है। हुण प्रदर्शनकारी सड़कों पर आ चुके हैं और डोनाल्ड ट्रंप का रज के विरोध भी कर रहे हैं। इस तो बाद कि डोनाल्ड ट्रंप अपना फैसला बदलते हैं कि नहीं बदलते, ये देखने वाला होएगा
ਫਿਲਹਾਲ ਡੋਨਾਲਡ ਟਰੰਪ ਆਪਣੇ ਫੈਸਲੇ ਤੇ ਅਟਲ ਨੇ ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇ ਲੋੜ ਪਈ ਤਾਂ ਫੌਜ ਵੀ ਤੈਨਾਤ ਕੀਤੀ ਜਾ ਸਕਦੀ ਹੈ। ਅੱਗੇ ਚੱਲਦੇ ਹਾਂ ਤੇ ਗੱਲ ਕਰਦੇ ਹਾਂ ਭਾਰਤ ਤੇ ਅਮਰੀਕਾ ਦੀ। ਭਾਰਤ ਅਮਰੀਕਾ ਦੇ ਰਿਸ਼ਤੇ ਦੇ ਉੱਤੇ ਸਭ ਦੀ ਬਹੁਤ ਤਿੱਖੀ ਨਜ਼ਰ ਹੈ, ਕਿਉਂਕਿ ਕਿਤੇ ਨਾ ਕਿਤੇ ਰਿਸ਼ਤਾ ਜਿਹੜਾ ਹੈ ਉਹ ਖਰਾਬ ਹੁੰਦਾ ਜਾ ਰਿਹਾ ਹੈ। ਰਿਸ਼ਤਾ ਇਨ ਦਾ ਸੈਂਸ ਕਿ ਇਹ ਸੰਬੰਧ ਜਿਹੜਾ ਹੈ ਸਹੀ ਨਹੀਂ ਚੱਲ ਰਿਹਾ, ਦੋਨਾਂ ਦੇ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ। ਪਰ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਬਹੁਤ ਵੱਡਾ ਕੰਮ ਕਰ ਸਕਦੇ ਨੇ ਜਾਂ ਕਰਨਗੇ ਆਉਣ ਵਾਲੇ ਸਮੇਂ ਵਿੱਚ, ਜੋ ਮਾਰਕ ਰੂਬੀਓ ਨੇ ਕਿਹਾ ਹੈ ਵਿਦੇਸ਼ ਮੰਤਰੀ ਵੱਲੋਂ। ਔਰ ਦੂਸਰੇ ਪਾਸੇ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਜਾ ਰਹੀ ਹੈ ਭਾਰਤ ਨੂੰ। ਵੈਸੇ ਤਾਂ ਕੁਝ ਸਮਝ ਨਹੀਂ ਆ ਰਿਹਾ ਕਿ ਆਖਿਰ ਦੋਨਾਂ ਦੇ ਵਿੱਚ ਚੱਲੇਗਾ ਕੀ ਜਾਂ ਦੋਨਾਂ ਵਿੱਚ ਆਖਰ ਕੀ ਸੰਬੰਧ ਹੈ, ਕਿਉਂਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕਰ ਰਿਹਾ ਤੇ ਇਹੀ ਗੱਲ ਅਮਰੀਕਾ ਨੂੰ ਯਾਨੀ ਟਰੰਪ ਪ੍ਰਸ਼ਾਸਨ ਨੂੰ ਹਜਮ ਨਹੀਂ ਹੋ ਰਹੀ ਹੈ ਅਤੇ ਟਰੰਪ ਵਾਰ-ਵਾਰ ਇਸ ਗੱਲ ਤੋਂ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ। ਉਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਭਾਰਤ ਤੋਂ ਤੇ ਕਿਹਾ ਹੈ ਕਿ ਉਹ ਰੂਸ ਦਾ ਸਾਥ ਦੇ ਕੇ ਯੂਕਰੇਨ ਯੁੱਧ ਵਿੱਚ ਸਹਿਯੋਗ ਦੇ ਰਿਹਾ ਹੈ, ਜੋ ਬਿਲਕੁਲ ਗਲਤ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸਵਾਂ ਕਿ 15 ਅਗਸਤ ਦਾ ਮੌਕਾ ਹੈ ਔਰ ਇਸ 15 ਅਗਸਤ ਦੇ ਮੌਕੇ ਤੇ ਪੁਤਿਨ ਅਤੇ ਟਰੰਪ ਜਿਹੜੇ ਨੇ ਅਲਾਸਕਾ ਦੇ ਵਿੱਚ ਮੁਲਾਕਾਤ ਕਰ ਰਹੇ ਨੇ। ਇਸ ਦੇ ਨਾਲ ਹੀ ਅਮਰੀਕਾ ਦੇ ਵੱਲੋਂ ਭਾਰਤ ਨੂੰ 15 ਅਗਸਤ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਪਾਕਿਸਤਾਨ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਨੇ। ਪਾਕਿਸਤਾਨ ਦੇ ਨਾਲ ਅਮਰੀਕਾ ਦਾ ਵੱਖਰਾ ਸੰਬੰਧ ਚੱਲ ਰਿਹਾ ਹੈ, ਵੱਖਰਾ ਸਮਝੌਤਾ ਚੱਲ ਰਿਹਾ ਹੈ ਤੇ ਭਾਰਤ ਦੇ ਨਾਲ ਵੱਖਰਾ ਚੱਲ ਰਿਹਾ ਹੈ। ਇਸ ਦੇ ਨਾਲ ਤੁਹਾਨੂੰ ਦੱਸਾਂ ਕਿ ਭਾਰਤ ਨੂੰ ਵਾਸ਼ਿੰਗਟਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਰੂਸ ਤੋਂ ਤੇਲ ਖਰੀਦਦਾ ਹੈ ਤਾਂ ਸੈਕੰਡਰੀ ਟੈਰਿਫ ਵੱਧ ਸਕਦੇ ਆ। ਇਸ ਦਾ ਮਤਲਬ ਇਹ ਹੈ ਕਿ ਪਹਿਲਾਂ ਤਾਂ ਭਾਰਤ ਤੇ ਟੈਰਿਫ ਲੱਗਿਆ ਹੀ ਹੈ। ਅਗਰ ਭਾਰਤ ਰੂਸ ਤੋਂ ਤੇਲ ਨਹੀਂ ਖਰੀਦਦਾ ਜਾਂ ਖਰੀਦਣਾ ਬੰਦ ਨਹੀਂ ਕਰਦਾ ਤੇ ਉਸ ਉੱਤੇ ਡਬਲ ਟੈਰਿਫ ਲੱਗੇਗਾ। 50% ਟੈਰਿਫ ਪਹਿਲਾਂ ਲੱਗ ਚੁੱਕਿਆ ਹੈ, ਪ੍ਰਾਇਮਰੀ ਟੈਰਿਫ ਤਾਂ ਲੱਗ ਗਿਆ ਹੈ, ਸੈਕੰਡਰੀ ਟੈਰਿਫ ਯਾਨੀ ਕਿ ਇਸ ਤੋਂ ਹੋਰ ਜ਼ਿਆਦਾ ਟੈਰਿਫ ਵੀ ਲੱਗ ਸਕਦਾ ਹੈ। ਔਰ ਇਹ ਕਿਤੇ ਨਾ ਕਿਤੇ ਭਾਰਤ ਨੂੰ ਚੇਤਾਵਨੀ ਦਿੱਤੀ ਗਈ ਹੈ ਜਾਂ ਸਿੱਧੀ ਧਮਕੀ ਹੀ ਦੇ ਦਿੱਤੀ ਗਈ ਹੈ ਕਿ ਅਗਰ ਉਸਨੇ ਐਸਾ ਨਹੀਂ ਕੀਤਾ ਤੇ ਭਾਰਤ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ। ਇਹ ਗੱਲ ਜੋ ਹੈ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਲਾਸਕਾ ਵਿੱਚ ਹੋਣ ਵਾਲੀ ਮੁਲਾਕਾਤ ਦੇ ਨਤੀਜੇ ਤੇ ਨਿਰਭਰ ਕਰੇਗਾ। ਅਗਰ ਤਾਂ ਦੋਨਾਂ ਦੀ ਮੁਲਾਕਾਤ ਅੱਛੀ ਰਹੀ, ਦੋਨਾਂ ਨੇ ਆਪਸੀ ਗੱਲਬਾਤ ਵਿੱਚ ਕੋਈ ਹੱਲ ਲੱਭਿਆ ਜਾਂ ਫਿਰ ਦੋਨਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਇੱਕ ਫਲਦਾਇਕ ਜਾਂ ਪੋਜ਼ਿਟਿਵਿਟੀ ਵਾਲੀ ਕੋਈ ਰਿਪੋਰਟ ਆਉਂਦੀ ਹੈ ਤਾਂ ਇਹ ਭਾਰਤ ਲਈ ਫਾਇਦੇਮੰਦ ਹੋਵੇਗਾ। ਅਗਰ ਦੋਨਾਂ ਦੇ ਵਿੱਚ ਮੁਲਾਕਾਤ ਹੋਈ ਹੈ ਤੇ ਦੋਨਾਂ ਦੀ ਗੱਲ ਵਿੱਚ ਇੱਕ ਦੂਸਰੇ ਨਾਲ ਗੱਲ ਦਾ ਸਹਿਮਤ ਨਹੀਂ ਹੋਏ ਨੇ, ਇਸ ਦਾ ਅਸਰ ਭਾਰਤ ਤੇ ਪੈ ਸਕਦਾ ਹੈ। ਯਾਨੀ ਕਿ ਰੂਸ ਦੇ ਰਾਸ਼ਟਰਪਤੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਪੁਤਿਨ ਦੀ ਡੋਨਾਲਡ ਟਰੰਪ ਦੀ ਮੁਲਾਕਾਤ ਦਾ ਜੋ ਅਸਰ ਹੈ, ਜੋ ਇਸਦਾ ਰਿਜ਼ਲਟ ਨਿਕਲੇਗਾ, ਉਸ ਰਿਜ਼ਲਟ ਦਾ ਅਸਰ ਭਾਰਤ ਤੇ ਪਵੇਗਾ। ਰੂਸ ਯੂਕਰੇਨ ਯੁੱਧ ਤੇ ਅਮਰੀਕੀ ਵਿਚੋਲਗੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਰੂਸ ਤੋਂ ਤੇਲ ਖਰੀਦਣ ਲਈ ਭਾਰਤੀਆਂ ਤੇ ਸੈਕੰਡਰੀ ਟੈਰਿਫ ਲਗਾਏ ਹਨ। ਜੇਕਰ ਚੀਜ਼ਾਂ ਠੀਕ ਨਹੀਂ ਰਹੀਆਂ ਤਾਂ ਪਾਬੰਦੀਆਂ ਜਾਂ ਸੈਕੰਡਰੀ ਟੈਰਿਫ ਵੱਧ ਸਕਦੇ ਹਨ। ਬੇਸੈਂਟ ਨੇ ਬਲੂਮਬਰਗ ਟੀਵੀ ਨੂੰ ਦੱਸਿਆ ਇਸ ਮਹੀਨੇ ਦੇ ਸ਼ੁਰੂ ਵਿੱਚ ਟਰੰਪ ਨੇ ਰੂਸ ਤੋਂ ਤੇਲ ਤੇ ਹਥਿਆਰ ਖਰੀਦਣ ਲਈ ਭਾਰਤ ਤੇ ਵਾਧੂ 25% ਟੈਰਿਫ ਲਗਾਇਆ। ਪ੍ਰਾਇਮਰੀ ਟੈਰਿਫ 25% ਸੀਗਾ, ਤੇ ਸੈਕੰਡਰੀ ਟੈਰਿਫ 25% ਲਗਾਇਆ, 50% ਹੋ ਗਿਆ। ਅਗਰ ਇਹ ਗੱਲਬਾਤ ਦਾ ਨਤੀਜਾ ਕੋਈ ਨਹੀਂ ਨਿਕਲਦਾ ਤੇ ਭਾਰਤ ਤੇ ਹੋਰ ਜ਼ਿਆਦਾ ਟੈਰਿਫ ਲੱਗੇਗਾ। ਅਮਰੀਕਾ ਰੂਸ ਅਤੇ ਯੂਕਰੇਨ ਦੇ ਵਿਚਕਾਰ ਟਕਰਾਅ ਨੂੰ ਖਤਮ ਕਰਨ ਲਈ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਰੂਸ ਤੇ ਯੂਕਰੇਨ ਦੇ ਵਿੱਚ ਯੁੱਧ ਖਤਮ ਹੋ ਜਾਏ ਤੇ ਸ਼ਾਂਤੀ ਸਥਾਪਿਤ ਹੋ ਸਕੇ। ਟਰੰਪ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਮਾਸਕੋ ਸ਼ਾਂਤੀ ਸਮਝੌਤੇ ਤੇ ਸਹਿਮਤ ਨਹੀਂ ਹੁੰਦਾ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਦੂਸਰੇ ਪਾਸੇ ਟਰੰਪ ਤੇ ਪੁਤਿਨ ਦੀ ਜੋ ਮੁਲਾਕਾਤ ਹੈ ਉਸ ਤੇ ਯੂਰਪੀ ਦਬਾਅ ਵੀ ਹੈ। ਜੀ ਹਾਂ, ਰਾਸ਼ਟਰਪਤੀ ਟਰੰਪ ਰਾਸ਼ਟਰਪਤੀ ਪੁਤਿਨ ਦੇ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਯੂਰਪੀ ਦੇਸ਼ਾਂ ਉਹਨਾਂ ਨੂੰ ਦੱਸ ਰਹੇ ਹਨ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਇੱਕ ਹਿਸਾਬ ਦੇ ਨਾਲ ਇਹ ਦਬਾਅ ਪਾਇਆ ਜਾ ਰਿਹਾ ਹੈ। ਯੂਰਪ ਨੂੰ ਵੀ ਇਨ੍ਹਾਂ ਪਾਬੰਦੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਸੈਕੰਡਰੀ ਪਾਬੰਦੀਆਂ ਲਗਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਹੁਣ ਗੱਲ ਇਹ ਆਉਂਦੀ ਹੈ ਕਿ ਭਾਰਤ ਅਮਰੀਕਾ ਵਪਾਰਕ ਸੰਬੰਧਾਂ ਤੇ ਇਸ ਦਾ ਕੀ ਪ੍ਰਭਾਵ ਪਵੇਗਾ। ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ। ਯੂਕਰੇਨ ਯੁੱਧ ਤੋਂ ਬਾਅਦ ਦਿੱਲੀ ਸਸਤੇ ਰੂਸੀ ਕੱਚੇ ਤੇਲ ਦੀ ਦਰਾਮਦ ਵਿੱਚ ਵਾਧੇ ਨੇ ਭਾਰਤ ਅਮਰੀਕਾ ਸੰਬੰਧਾਂ ਨੂੰ ਤਣਾਅਪੂਰਨ ਬਣਾ ਦਿੱਤਾ ਹੈ। ਇਸ ਕਰਕੇ ਭਾਰਤ ਅਤੇ ਅਮਰੀਕਾ ਇੱਕ ਪੁਆਇੰਟ ਤੇ ਨਹੀਂ ਆ ਪਾ ਰਹੇ ਜਾਂ ਮੈਂ ਕਹਾਂ ਇੱਕ ਨਤੀਜੇ ਤੇ ਨਹੀਂ ਪਹੁੰਚ ਪਾ ਰਹੇ। ਵਾਸ਼ਿੰਗਟਨ ਦੇ ਨਾਲ ਚੱਲ ਰਹੀ ਵਪਾਰਕ ਗੱਲਬਾਤ ਵਿੱਚ ਵਿਘਨ ਪਾਇਆ ਹੈ। ਭਾਰਤ ਦੇ ਤੇਲ ਆਯਾਤ ਵਿੱਚ ਰੂਸੀ ਤੇਲ ਦਾ ਹਿੱਸਾ ਜੋ ਹੈ 2024 ਵਿੱਚ 35% ਤੋਂ 40% ਤੱਕ ਪਹੁੰਚ ਗਿਆ,
ਜੋ ਕਿ 2021 ਵਿੱਚ ਸਿਰਫ 3% ਸੀਗਾ। ਇਸ ਦੇ ਨਾਲ ਹੀ ਭਾਰਤ ਨੇ ਆਪਣੇ ਰੂਸੀ ਤੇਲ ਆਯਾਤ ਦਾ ਬਚਾਅ ਕਰਦੇ ਹੋਏ ਇਹ ਕਿਹਾ ਹੈ ਕਿ ਇੱਕ ਵੱਡੇ ਊਰਜਾ ਆਯਾਤਕ ਦੇ ਤੌਰ ਤੇ ਸਭ ਤੋਂ ਸਸਤਾ ਕੱਚਾ ਤੇਲ ਖਰੀਦਣਾ ਜ਼ਰੂਰੀ ਹੈ ਤਾਂ ਜੋ ਭਾਰਤੀਆਂ ਦੇ ਵਧਦੀਆਂ ਕੀਮਤਾਂ ਦਾ ਬੋਝ ਨਾ ਪਵੇ। ਇਸ ਕਰਕੇ ਭਾਰਤੀਆਂ ਦੇ ਹਿੱਤ ਦੇ ਲਈ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸਾਂ ਕਿ ਬੇਸੈਂਟ ਨੇ ਦੱਸਿਆ ਕਿ ਭਾਰਤ ਵਪਾਰਕ ਗੱਲਬਾਤ ਵਿੱਚ ਥੋੜਾ ਜਿਹਾ ਜ਼ਿੱਦੀ ਰਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਉਸਦੇ ਟੈਰਿਫ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਵਪਾਰ ਨੂੰ ਹੋਰ ਨਿਰਪੱਖ ਬਣਾਉਣ ਦੀ ਯੋਜਨਾ ਦਾ ਹਿੱਸਾ ਹਨ। ਉਸਨੇ ਵਾਰ-ਵਾਰ ਭਾਰਤ ਨੂੰ ਟੈਰਿਫ ਦੁਰਵਿਵਹਾਰ ਕਰਨ ਵਾਲਾ ਕਿਹਾ ਅਤੇ $45 ਬਿਲੀਅਨ ਵਪਾਰ ਘਾਟੇ ਨੂੰ ਘਟਾਉਣਾ ਚਾਹੁੰਦਾ ਹੈ। ਇਹ ਗੱਲ ਪਹਿਲਾਂ ਹੀ ਕਰ ਦਿੱਤੀ ਗਈ ਹੈ ਕਲੀਅਰ ਕਿ ਭਾਰਤ ਇੱਕ ਜਿੱਦੀ ਦੇਸ਼ ਹੈ ਅਤੇ ਉਹ ਇਸ ਗੱਲ ਤੇ ਰਾਜ਼ੀ ਨਹੀਂ ਹੋ ਰਿਹਾ। ਵਪਾਰਕ ਗੱਲਬਾਤ ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਅਮਰੀਕੀ ਗੱਲਬਾਤ ਟੀਮ ਦੇ 25 ਅਗਸਤ ਨੂੰ ਭਾਰਤ ਆਉਣ ਦੀ ਉਮੀਦ ਵੀ ਹੈ। ਪਰ ਹੁਣ 25 ਅਗਸਤ ਨੂੰ ਕੋਈ ਨਤੀਜਾ ਨਿਕਲਦਾ ਹੈ ਕਿ ਨਹੀਂ ਨਿਕਲਦਾ ਇਹ ਵੀ ਦੇਖਣਾ ਹੋਏਗਾ, ਕਿਉਂਕਿ ਇੰਨੇ ਮਹੀਨਿਆਂ ਤੋਂ ਤਾਂ ਗੱਲਬਾਤ ਚੱਲੀ ਪਰ ਹਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਆਪਣੇ ਕਿਸਾਨਾਂ ਭਾਈਆਂ ਦੇ ਨਾਲ ਜਾਂ ਖੇਤੀਬਾੜੀ ਉਦਯੋਗ ਦੇ ਨਾਲ ਕੋਈ ਵੀ ਐਸਾ ਸਮਝੌਤਾ ਨਹੀਂ ਕਰਨਗੇ ਜੋ ਉਹਨਾਂ ਨੂੰ ਨੁਕਸਾਨ ਪਹੁੰਚੇ। ਇਸ ਕਰਕੇ ਉਹ ਇਹਨਾਂ ਦੇ ਨਾਲ ਖੜੇ ਹਨ। ਦੂਸਰੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਖੇਤੀਬਾੜੀ ਅਤੇ ਡੇਅਰੀ ਉਤਪਾਦਾਂ ਤੇ ਟੈਰਿਫ ਘਟਾਉਣ ਤੋਂ ਇਨਕਾਰ ਕਰਨਾ ਗੱਲਬਾਤ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ, ਪਰ ਭਾਰਤ ਐਸਾ ਨਹੀਂ ਕਰਨਾ ਚਾਹੁੰਦਾ। ਨਵੀਂ 50% ਟੈਰਿਫ ਦਰ 27 ਅਗਸਤ ਤੋਂ ਲਾਗੂ ਹੋਵੇਗੀ। ट्रंप की भारत ते नवी 50% टैरिफ दर जो है 27 अगस्त तो लागू तो होने वाली है, जिस बारे कुछ माहरा का यह कहना है कि दोवां देशों के विचकार व्यापार ते पाबंदी है। ये भारत नूं एशिया विच सब तो वध टैक्स वाला अमरीकी व्यापारक भाईवाल बना देवेगा ਅਤੇ ਇਸ ਨਾਲ कपड़ा ਅਤੇ गहनियां वर्गे निर्यात गुंजलदार उद्योगां ते गंभीर प्रभाव पैण दी उम्मीद है ਅਤੇ ਭਾਰਤ ਦੀ ਵਿਕਾਸ ਦਰ ਨੂੰ 0.5% ਤੱਕ ਘਟਾ ਸਕਦਾ ਹੈ। ਸੋ ਇਸ ਦਾ ਨਤੀਜਾ ਤਾਂ ਦੋਨਾਂ ਦੇਸ਼ਾਂ ਨੂੰ ਭੁਗਤਣਾ ਪਵੇਗਾ, ਕਿਉਂਕਿ ਭਾਰਤ ਤੇ ਵੀ ਇਸ ਦਾ ਅਸਰ ਹੋਏਗਾ ਅਤੇ ਇਸ ਨਾਲ ਅਮਰੀਕਾ ਦੇ ਵਿੱਚ ਵੀ ਇਸ ਦਾ ਅਸਰ ਹੋਏਗਾ। ਸੋ ਟੈਰਿਫ ਦਾ ਅਸਰ ਹਰ ਜਗ੍ਹਾ ਦੇਖਣ ਨੂੰ ਮਿਲਿਆ। ਭਾਰਤ ਦੇ ਨਾਲ ਜਿਵੇਂ ਮੈਂ ਦੱਸਿਆ ਇਸ ਸੰਬੰਧ ਇਸ ਤਰੀਕੇ ਨਾਲ ਹੈ। ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤੇ ਕੈਨੇਡਾ ਦੇ ਵਿੱਚ ਵੀ ਹਾਲਾਤ ਠੀਕ ਨਹੀਂ ਹੈ। ਡੋਨਾਲਡ ਟਰੰਪ ਵੱਲੋਂ ਟੈਰਿਫ ਤੇ ਲਗਾ ਦਿੱਤਾ ਗਿਆ, ਪਰ ਇਸ ਟੈਰਿਫ ਦਾ ਅਸਰ ਬਹੁਤ ਜ਼ਿਆਦਾ ਕੈਨੇਡਾ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਕੈਨੇਡਾ ਦੇ ਵਿੱਚ ਰੋਜ਼ਗਾਰ ਸੰਕਟ ਚੱਲ ਰਿਹਾ ਹੈ ਅਤੇ ਰੋਜ਼ਗਾਰ ਸੰਕਟ ਜਿਹੜਾ ਹੈ ਵੱਧਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਵਿੱਚ ਜੁਲਾਈ ਵਿੱਚ 40,000 ਤੋਂ ਵੱਧ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ। ਉੱਥੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 8 ਮਹੀਨਿਆਂ ਦੇ ਹੇਠਲੇ ਪੱਧਰ ਤੇ ਪਹੁੰਚ ਗਈ। ਬੇਰੁਜ਼ਗਾਰੀ ਦਰ ਜੋ ਹੈ 6.9% ਤੇ ਸਥਿਰ ਰਹੀ, ਪਰ ਮੌਜੂਦਾ ਸਥਿਤੀ ਤੋਂ ਦੇਖਦੇ ਹੋਏ ਇਸ ਨੂੰ 7% ਦੇ ਆંકੜੇ ਨੂੰ ਪਾਰ ਕਰਨ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਪੰਜਾਬੀ ਮੂਲ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੇ ਖੇਤਰਾਂ ਵਿੱਚ ਵਧੇਰੇ ਨੌਕਰੀਆਂ ਖੁੱਸੀਆਂ ਹਨ। ਉਹਨਾਂ ਨੂੰ ਪੰਜਾਬੀ ਭਾਈਚਾਰੇ ਦਾ ਗੜ ਮੰਨਿਆ ਜਾਂਦਾ ਹੈ। ਅਜਿਹਾ ਹੋਣ ਦੇ ਪਿੱਛੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੂੰ ਹੱਥ ਮੰਨਿਆ ਜਾ ਰਿਹਾ ਹੈ, ਕਿਉਂਕਿ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਕਰਕੇ ਇੱਕ ਮਹਿੰਗਾਈ ਦਰ ਵੱਧ ਚੁੱਕੀ ਹੈ। ਇਸ ਕਰਕੇ ਬੇਰੁਜ਼ਗਾਰੀ ਦਰ ਵੀ ਲਗਾਤਾਰ ਵਧਦੀ ਜਾ ਰਹੀ ਹੈ। ਟਰੰਪ ਦੇ ਟੈਰਿਫ ਦਾ ਅਸਰ ਪ੍ਰਮੁੱਖ ਉਦਯੋਗਾਂ ਤੇ ਪਿਆ ਹੈ। ਸਟੈਟਿਸਟਿਕਸ ਕੈਨੇਡਾ ਦੇ ਆંકੜਿਆਂ ਨੇ ਇਹ ਦਿਖਾਇਆ ਹੈ ਕਿ ਅਰਥ ਵਿਵਸਥਾ ਨੇ ਜੂਨ ਦੇ ਵਿੱਚ 83,000 ਨੌਕਰੀਆਂ ਪੈਦਾ ਕੀਤੀਆਂ, ਪਰ ਜੁਲਾਈ ਦੇ ਵਿੱਚ 40,800 ਨੌਕਰੀਆਂ ਗਵਾ ਦਿੱਤੀਆਂ, ਜਿਸ ਨਾਲ ਉਸ ਲਾਭ ਦਾ ਲਗਭਗ ਅੱਧਾ ਹਿੱਸਾ ਖਤਮ ਹੋ ਗਿਆ। ਸੋ ਕੈਨੇਡੀਅਨ ਮਾਮਲਿਆਂ ਦੇ ਇੱਕ ਮਾਹਰ ਦਾ ਇਹ ਕਹਿਣਾ ਹੈ ਕਿ ਆંકੜੇ ਦੱਸਦੇ ਹਨ ਕਿ ਅਰਥ ਵਿਵਸਥਾ ਵਿੱਚ ਮੰਦੀ ਦੇ ਸੰਕੇਤ ਹਨ। ਸਭ ਤੋਂ ਵੱਧ ਨੌਕਰੀਆਂ ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ ਉਦਯੋਗ ਵਿੱਚ ਗਈਆਂ ਹਨ, ਜਿੱਥੇ 29,000 ਨੌਕਰੀਆਂ ਦੇ ਮੌਕੇ ਖਤਮ ਹੋ ਗਏ। ਉਸਾਰੀ ਖੇਤਰ ਨੂੰ ਵੀ ਭਾਰੀ ਨੁਕਸਾਨ ਹੋਇਆ। ਇਕੱਲੇ ਅਲਬਰਟਾ ਵਿੱਚ ਹੀ 17,000 ਨੌਕਰੀਆਂ ਖਤਮ ਹੋ ਗਈਆਂ ਅਤੇ ਸੂਬੇ ਦੇ ਨਿਰਮਾਣ ਖੇਤਰ ਵਿੱਚ 20,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਖਤਮ ਹੋ ਗਏ। ਨੌਕਰੀਆਂ ਦੇ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਰੋਜ਼ਗਾਰ ਦੇ ਪੱਧਰ ਵਿੱਚ ਗਿਰਾਵਟ ਹੈ ਅਤੇ 1998 ਤੋਂ ਬਾਅਦ ਪਹਿਲੀ ਵਾਰ ਇਸ ਉਮਰ ਸਮੂਹ ਦੇ ਸਿਰਫ 53% ਕਾਮੇ ਕੰਮ ਕਰ ਰਹੇ ਹਨ। ਜੁਲਾਈ ਦੇ ਵਿੱਚ 16 ਲੱਖ ਕਾਮਿਆਂ ਨੂੰ ਬੇਰੁਜ਼ਗਾਰ ਮੰਨਿਆ ਗਿਆ ਸੀ ਅਤੇ ਵਿਦਿਆਰਥੀਆਂ ਵਿੱਚ ਬੇਰੁਜ਼ਗਾਰੀ ਦਰ 17.4% ਦਰਜ ਕੀਤੀ ਗਈ ਸੀ। ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ। ਉੱਥੇ ਬੇਰੁਜ਼ਗਾਰੀ ਦਰ ਵਧ ਰਹੀ ਹੈ ਕਿਉਂਕਿ ਉੱਥੇ ਮਹਿੰਗਾਈ ਵਧ ਰਹੀ ਹੈ। ਉੱਥੇ ਟਰੰਪ ਦੀ ਟੈਰਿਫ ਨੀਤੀ ਨੇ ਕਿੰਨਾ ਵੱਡਾ ਅਸਰ ਹੈ ਇਸ ਦੇਸ਼ ਤੇ ਵੀ ਪਾਇਆ ਹੈ। ਇਸ ਦਾ ਅਸਰ ਭਾਰਤ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਜੇ ਭਾਰਤ ਦੇ ਉੱਤੇ ਸੈਕੰਡਰੀ ਟੈਰਿਫ ਤੋਂ ਬਾਅਦ ਇੱਕ ਹੋਰ ਟੈਰਿਫ ਲੱਗ ਗਿਆ ਤਾਂ। ਸੋ ਇਹ ਸੀ ਅੱਜ ਦੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਵਿੱਚ ਕੁਝ ਖਾਸ ਅਪਡੇਟਸ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ। ਹੋਰ ਅਪਡੇਟਸ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਨੇ ਰਹਿਣਾ ਸਾਡੇ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ। ਕਿਤੇ ਨਾ ਚਾਹੀਓ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮੈਨੂੰ ਦਿਓ ਜੀ ਇਜਾਜ਼ਤ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।